बलात्कार के दोषी और जेल में 20 साल की सजा काट रहे राम रहीम के राज एक के बाद एक सामने आ रहे हैं। लेकिन आज न्यूज 18 इंडिया पर डेरे में राम रहीम की गुफा का राज खुलने जा रहा है और यह खुलासा कोई और नहीं बल्कि वो साध्वी कर रही है जो इस गुफा की राजदार है। देखिए न्यूज 18 इंडिया सुपर एक्सक्लूसिव। डेरा सच्चा सौदा प्रमुख गुरमीत राम रहीम सलाखों के पीछे है और उसके जेल जाने की वजह है 2 साध्वियों के साथ किया गया यौन शोषण बलात्कार, जिसके आरोप में गुरमीत राम रहीम को 20 साल की सजा का ऐलान किया गया है। 2002 ये वो साल था जब डेरा सच्चा सौदा को लेकर इस सच का खुलासा हुआ था कि किस तरह से वहां पर साध्वियों के साथ यौन शोषण किया जाता है। सिर्फ 2 साध्वियों ने ही सीबीआई के सामने अपने बयान दिए हैं, लेकिन कई और ऐसी लड़कियां भी थी जो वहां पर बतौर साध्वी रह रही थी। उनको साध्वी बनाने के लिए ट्रेनिंग दी जा रही थी। उनको वहां पर आध्यात्मिक ज्ञान की बात करके डेरा सच्चा सौदा के आश्रम में रखा गया था। ऐसी एक साध्वी इस वक्त मेरे साथ मौजूद हैं। हम इनका नाम, इनकी पहचान सब गुप्त रखेंगे क्योंकि ये सामने नहीं आना चाहती। इन जैसी कई साध्वियां हैं जो कि सामने नहीं आना चाहती, लेकिन उनको 2002 से लेकर उससे पहले का जो वक्त था उसके पूरे सच के बारे में जानकारी है। हम इनसे बात करेंगे, इन्हीं से जानने की कोशिश करेंगे कि आखिरकार गुरमीत राम रहीम की गुफा की क्या कहानी है और किस तरह से साध्वियों के साथ यौन शोषण किया करता था गुरमीत राम रहीम। और ये जो बात निकल कर आ रही है, जो कि सीबीआई की जांच में भी सामने आई है, कि कई और ऐसी साध्वियां हो सकती हैं जिनके साथ इस तरह की घटनाएं हुई, लेकिन वो समाज के डर से, अपनी बदनामी के डर से चुपचाप बैठ गई और अपने माता पिता के पास वापस चली गई। आप मुझे ये बताइए, आप कब से कब तक डेरे में रही और डेरे में जाने के पीछे आपकी क्या वजह थी? वहां पर ऐसा क्या था? 1999 तक मैं गई, 2000 ਤੋਂ 2 ਤੱਕ ਮੈਂ ਰਹੀ। ਉਦੋਂ ਬਾਅਦ ਮੈਂ ਨਹੀਂ ਰਹੀ ਉੱਥੇ। ਤੇ ਮੇਰੇ ਮਾਪੇ ਨੇ ਮੈਨੂੰ ਦੱਸਿਆ ਵੀ ਡੇਰੇ 'ਚ ਆ ਕੁਛ ਹੁੰਦਾ। ਮੇਰੇ ਮਾਪੇ ਕਹਿੰਦੇ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਉਹ ਮੈਨੂੰ ਉੱਥੇ ਹੀ ਛੱਡੇ ਰਹੇ, ਕਹਿੰਦੇ ਵੀ ਨਹੀਂ ਇੱਥੇ ਹੀ ਰਹਿ। ਉਦੋਂ ਬਾਅਦ ਵੀ क्यों भेजा था आपके माँ बाप ने आपको वहाँ? ਕਹਿੰਦੇ ਵੀ ਪੜ੍ਹ ਲਿਖ ਲਓਗੇ ਉੱਥੇ ਤੁਸੀਂ, ਆਪਦਾ ਤੁਸੀਂ ਵਧੀਆ ਸੇਵਾ ਕਰੋਗੇ, ਪੜੋਗੇ ਵੀ ਉਹ। ਫਿਰ ਸਾਡੀ ਡਿਊਟੀ ਲੱਗ ਗਈ ਗੁਫਾ ਕੋਲੇ। ਉੱਥੇ ਗੁਫਾ ਦੇ ਵਿੱਚ ਜਦੋਂ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ, ਕਹਿੰਦੇ ਵੀ ਤੁਹਾਨੂੰ ਅਸੀਂ ਵੀ ਮਾਫੀ ਦੇਣੀ ਆ। ਪਿਤਾ ਜੀ ਨੇ ਬੁਲਾਇਆ। ਅਗਰ ਜਦੋਂ ਲੜਕੀਆਂ ਬਾਹਰ ਆਉਂਦੀਆਂ ਸੀ, ਉਹ ਰੋਂਦੀਆਂ ਕਲਾਂਦੀਆਂ ਆਉਂਦੀਆਂ ਸੀਗੀਆਂ। ਅਸੀਂ ਪੁੱਛਿਆ ਵੀ ਲੜਕਿਆਂ ਨੂੰ ਵੀ ਤੁਸੀਂ ਕਿਉਂ ਰੋਂਦੇ ਆਉਂਦੇ ਆ? ਉਹ ਕਹਿੰਦੇ ਵੀ ਪਹਿਲਾਂ ਦੱਸਣ ਨਾ ਮਜਬੂਰੀ ਕਰਨ। ਮੈਂ ਆਖਿਆ ਵੀ ਇੱਕ ਲੜਕੀ ਨੂੰ ਮੈਂ ਜ਼ੋਰ ਪਾਤਾ ਵੀ ਮੈਨੂੰ ਤੁਸੀਂ ਦੱਸੋ ਵੀ ਕੀ ਗੱਲ ਹੈ। ਫਿਰ ਉਹਨਾਂ ਨੇ ਮੈਨੂੰ ਦੱਸਿਆ। ਉਹ ਕਹਿੰਦੇ ਵੀ ਚਲੋ ਵੀ ਉਹਨਾਂ ਨੂੰ ਮਾਪੇ ਨੂੰ ਵੀ ਉਹਨਾਂ ਨੇ ਦੱਸਿਆ, ਉਹਨਾਂ ਨੇ ਮੰਨਿਆ ਨਹੀਂ ਹੈਗਾ। ਜਦੋਂ ਚਿੱਠੀਆਂ ਵੀ ਮਤਲਬ ਵੀ ਭਾਗੀਆਂ, ਫਿਰ ਸਾਨੂੰ ਮਾਪੇ ਨੇ ਸਾਨੂੰ ਘਰ ਬੁਲਾ ਲਿਆ। ਘਰ ਬੁਲਾਇਆ ਹੋਇਆ। ਫਿਰ ਵੀ ਅਸੀਂ ਮਾਪੇ ਨੂੰ ਸਾਰੀਆਂ ਗੱਲਾਂ ਦੱਸੀਆਂ ਵੀ ਗੁਫਾ 'ਚ ਆਹ ਕੁਛ ਹੁੰਦਾ, ਆਹ ਕੁਛ ਹੁੰਦਾ। ਉੱਥੇ ਜਾਮ ਲਾਉਣ ਦੇ ਬਹਾਨੇ ਸਾਨੂੰ ਕਹਿੰਦੇ ਵੀ ਜਾਮ ਪੀ ਲਓ। ਜਾਮ ਪਿਲਾ ਦਿੰਦੇ ਗੁਫਾ 'ਚ ਜਾਮ ਪਿਲਾ ਕੇ ਉਦੋਂ ਬਾਅਦ ਬਹੁਤ ਕੁਛ ਹੁੰਦਾ। ਉੱਥੇ ਚੀਕਾਂ ਵੀ ਆਉਂਦੀਆਂ, ਬਹੁਤ ਆਉਂਦੀਆਂ। ਆ ਕੇ ਪਿਤਾ ਜੀ ਚਿੱਠੀ ਪੜ੍ਹਦੇ ਨੇ। ਚਲੋ ਅਸੀਂ ਆਖਿਆ ਵੀ ਚਲੋ ਠੀਕ ਹੈ ਵੀ। ਫਿਰ ਉਦੋਂ ਬਾਅਦ ਜਦੋਂ ਉੱਥੇ ਕਮਾਂਡੋ ਕਹਿੰਦੇ ਰੱਖੇ ਹੋਏ ਨੇ, ਪੁਲਿਸ ਵਾਲੇ, ਫਲਾਣੇ ਪੁਲਿਸ ਵਾਲੇ ਰੱਖੇ ਨੇ ਉੱਥੇ। ਬੰਦਿਆਂ ਨੂੰ ਵੀ ਬਹੁਤ ਡਰਾਇਆ, ਜਨਾਨੀਆਂ ਨੂੰ ਵੀ ਬਹੁਤ ਡਰਾਇਆ ਹੋਇਆ। ਪਿਤਾ ਜੀ ਸਭ ਨੂੰ ਡਰਾ ਕੇ ਰੱਖਦੇ ਹੁੰਦੇ ਸੀ ਕਿ ਉਹ ਆਪਦੇ ਕੋਲੇ ਉਹ ਰੱਖਦੇ ਹੁੰਦੇ ਸੀ। ਬੈੱਡ ਦੇ ਉੱਤੇ ਉਹ ਪਈ ਰਵਾ ਪਈ ਹੁੰਦੀ ਸੀ ਤੇ ਉਹਨੂੰ ਕਹਿ ਦਿੰਦੇ ਸੀ ਵੀ ਗੋਲੀ ਮਾਰ ਕੇ ਮਾਰ ਦਾਂਗੇ। ਵੀ ਇੱਕ ਲੜਕੀ ਦਾ ਭਰਾ ਵੀ ਮਾਰਤਾ ਸੀ ਉਹਨਾਂ ਨੇ। ਅਗਰ ਜੇ ਉੱਥੇ ਸਭ ਅਸੀਂ ਡਰ ਜਾਂਦੇ ਹੁੰਦੇ ਸੀ। ਅਸੀਂ ਕੋਈ ਗੱਲ ਨਹੀਂ ਕਰਦੇ ਹੁੰਦੇ। ਰਾਤ ਨੂੰ 11 ਵਜੇ ਬੁਲਾਉਂਦੇ ਲੜਕੀ ਨੂੰ, ਵੀ ਜਿਹੜੀ ਉਹਨਾਂ ਨੂੰ ਵਧੀਆ ਲੱਗਦੀ ਉਹ ਲੜਕੀ ਬੁਲਾ ਲੈਂਦੇ ਨੇ। ਚਲੋ ਫਿਰ ਉਹ ਲੜਕੀ ਵਗ ਜਾਂਦੀ। ਫਿਰ ਉਦੋਂ ਬਾਅਦ ਉਹ ਮਜਬੂਰੀ ਕਰਕੇ ਕੋਈ ਦੱਸਦਾ ਹੀ ਨਹੀਂ ਹੁੰਦਾ ਸੀਗਾ ਵੀ ਆਹ ਗੱਲ ਹੋ ਗਈ, ਆਹ ਹੋਵੇ। ਉਹ ਤਾਂ ਜਦੋਂ ਚਿੱਠੀਆਂ ਨੇ ਫਿਰ ਸਾਡੇ ਵੀ ਹੌਸਲੇ ਪੈ ਗਏ ਵੀ ਅਸੀਂ ਵੀ ਗੱਲ ਕਰੀਏ। अच्छा, आपने कहा कि 1999 से 2002 तक आप वहां पर रही हैं। हाँ जी। तो इस दौरान क्या देखा आपने, क्या होता था लड़कियों के साथ, और आपके साथ भी कभी क्या ऐसा कुछ करने की कोशिश की गई? हाँ जी, मैंने भी बुलाया सीगा। कहते भी ਤੁਹਾਨੂੰ ਪਿਤਾ ਜੀ ਨੇ ਬੁਲਾਇਆ ਵੀ ਤੁਹਾਨੂੰ ਮਾਫੀ ਦੇਣੀ ਆ। ਅਗਰ ਮੈਂ ਪਿਤਾ ਜੀ ਕੋਲ ਚਲੀ ਗਈ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇਦਾਂ ਪੇਰੈਂਟਸ ਆ ਰਹੇ ਨੇ ਵੀ ਮੈਂ ਤਾਂ ਕਰਕੇ ਵੀ ਮੈਂ ਇੱਥੋਂ ਆ ਗਈ। तो आप इस तरह से बची। आपने कहा कि मुझे पीरियड्स हो रहे हैं, मैं नहीं आ सकती अंदर। कहाँ बुलाया गया था आपको? ਗੁਫਾ 'ਚ ਬੁਲਾਇਆ ਗਿਆ ਸੀਗਾ। ਮਹਿਲ ਵਰਗਾ ਅੰਦਰੋਂ ਗੁਫਾ, ਬਹੁਤ ਵਧੀਆ ਦੇਖਣ ਨੂੰ, ਬਹੁਤ ਜ਼ਿਆਦਾ। आप गुफा में कभी गई क्या? ये गुफा की जो कहानी बताई जाती है कि गुरमीत राम रहीम की बहुत बड़ी गुफा है, आलीशान गुफा, ऐसा क्या है उसके अंदर? सब कुछ है जी, होटल वांगू पूरा पूरा होटल वांगू है उत्ते अंदर। जिमें भी है भी कोई चीज की कमी नहीं, कोई भी, सब कुछ बेड बुड सारा कुछ है उत्ते।
तो अंदर कौन कौन लोग जा सकते हैं गुफा में? ਉੱਥੇ ਜੋ ਲੜਕੀ ਲੈ ਕੇ ਜਾਂਦੇ ਸੀ, ਇੱਕ ਲੜਕੀ, ਉਹੀ ਲੜਕੀ ਜਾ ਸਕਦੀ ਸੀ। ਅਗਰ ਜਿਹਨੂੰ ਦਿੱਤੀ ਹੋਈ ਜਾਤ ਉਹੀ ਜਾ ਸਕਦਾ ਸੀ, ਹੋਰ ਨਹੀਂ ਕੋਈ ਜਾ ਸਕਦਾ। तो आपने क्या देखा वहां पर? कितनी लड़कियों के साथ ये सब कुछ हुआ होगा? क्या आपने देखा? पूरी बात बताइए हमें। ਉਹ ਲੜਕੀਆਂ 20-25 ਤਾਂ ਮੇਰੇ ਅੱਖੋਂ ਕੇ ਸਾਹਮਣੇ ਸੀਗਾ। ਔਰ ਅਗਰ ਜਦੋਂ ਲੜਕੀਆਂ ਕੋ ਬਤਾਉਂਦੇ ਸੀ ਵੀ ਕੀ ਬਾਤ ਹੋ ਗਈ, ਲੜਕੀ ਕਹਿੰਦੇ ਬਸ ਦੱਸਦੀ ਨਹੀਂ ਸੀ, ਰੋਂਦੀ ਰਹਿੰਦੀ ਲੜਕੀ, ਕਹਿੰਦੀ ਹੁੰਦੀ ਸੀ ਬਸ ਕੁਛ ਨਹੀਂ। ਕਹਿੰਦੇ ਮਜਬੂਰੀ ਸੀ, ਕਹਿੰਦੇ ਉਹਨਾਂ ਦੀ, ਕਹਿੰਦੇ ਉਹਨਾਂ ਦੇ ਮਾਪੇ ਨਹੀਂ ਮੰਨਦੇ ਸੀਗੇ। आपने कभी अपने माता पिता को बताया? आप 3 साल के करीब वहां रही, आपने अपने माता पिता को बताया कि इस तरह से गलत काम हो रहा है वहां पे? ਹਾਂਜੀ, ਮੰਨੇ ਨਹੀਂ ਸੀਗੇ। ਜਦੋਂ ਚਿੱਠੀਆਂ ਤੋਂ ਬਾਅਦ ਮੇਰੇ ਮਾਪੇ ਮੰਨੇ ਨੇ ਜੀ। फिर उसके बाद क्या हुआ? ਫਿਰ ਮੈਨੂੰ ਲੈ ਆਏ ਸੀਗੇ ਜੀ। अच्छा, इसके अलावा आप ये बताइए कि जो लड़कियां वहां पर थी, जैसे आप कह रहे हैं कि बहुत लड़कियों के साथ वहां पर इस तरह से गलत काम हुआ, वो लड़कियां कहाँ हैं? और जब सीबीआई ने जांच की तो वो लोग सामने क्यों नहीं आई? ਉਹ ਲੜਕੀਆਂ ਮਜਬੂਰੀ ਤੋਂ ਵੀ ਸਾਡੀ ਬਦਨਾਮੀ ਹੋਊਗੀ ਜੀ, ਵੀ ਅਸੀਂ ਹੋਸਟਲ 'ਚ ਪੜ੍ਹਦੇ ਹਾਂ ਜੀ, ਸਾਡੀ ਬਦਨਾਮੀ ਹੋਊਗੀ। ਪਹਿਲਾਂ ਵੀ ਅਸੀਂ ਪਿਤਾ ਜੀ ਕਹਿੰਦੇ ਸੀ ਵੀ ਪਿਤਾ ਜੀ ਫਿਰ ਬਾਅਦ 'ਚ ਇਹੋ ਜਿਹਾ ਕੁਝ ਕਰਦੇ ਸੀਗੇ। ਫਿਰ ਬਦਨਾਮੀ ਤੋਂ ਡਰਦੇ ਉਹ ਆਪਣੀ ਬੇਟੀਆਂ ਨੂੰ ਲੈ ਗਏ ਘਰ। डराया भी जाता था जो लड़कियों का गलत काम चुप रहे? ਹਾਂਜੀ ਹਾਂਜੀ, ਬਹੁਤ ਡਰਾਉਂਦੇ ਹੁੰਦੇ ਸੀ ਵੀ ਤੁਹਾਡਾ ਭਾਈ ਮਾਰ ਦਾਂਗੇ, ਤੁਹਾਡਾ ਪਰਿਵਾਰ ਨੂੰ ਖਤਮ ਹੀ ਕਰ ਦਾਂਗੇ। ਇੱਕ ਦਾ ਤਾਂ ਭਾਈ ਵੀ ਮਾਰਤਾ ਸੀਗਾ। तो अब आप 2002 में जब डेरे से बाहर आ गई, उसके बाद आपने क्या किया फिर? ਬਸ ਆ ਕੁਛ ਨਹੀਂ, ਬਸ ਆ ਸੁਣਦੇ ਰਹੇ, ਕਦੇ ਐਂ ਹੋ ਗਿਆ ਕਦੇ ਐਂ ਹੋ ਗਿਆ, ਬਸ ਇਹ ਸੁਣਦੇ ਰਹੇ। ਪਰ ਵੈਸੇ ਬਹੁਤ ਗਲਤ ਕੰਮ ਕਰਿਆ ਪਿਤਾ ਜੀ ਬਣ ਕੇ, ਉਹਨੇ ਬਹੁਤ ਲੜਕੀਆਂ ਨਾਲ ਗਲਤ ਕੰਮ ਕਰਿਆ। अच्छा, आप ये बताइए कि ये आप कह रहे हैं कि वहां पे लड़कियों को एक ड्रिंक दिया जाता था, जाम, ये जाम क्या था? इसके बारे में बताइए। ਜਾਮ ਜੀ ਇਹ ਸਿਰਕੇ ਨੂੰ ਵੀ ਪਿਲਾਉਂਦੇ ਹੁੰਦੇ ਸੀ ਵੀ ਮੇਰੇ ਬਸ 'ਚ ਰਹੇ, ਵੀ ਕੋਈ ਗਾਹਾਂ ਗੱਲ ਨਾ ਕਰੇ। ਤੇ ਉਹ ਜਾਮ ਜੋ ਸਾਹਮਣੇ ਜਾਮ ਪਿਲਾਉਂਦੇ ਹੁੰਦੇ ਸੀ। ਉਹ जाम पीने से क्या होता था? ਉਹ ਉਹਨਾਂ ਕੰਨੀ ਹੋ ਜਾਂਦੇ ਸੀਗੇ, ਫਿਰ ਬਿਲਕੁਲ ਹੀ ਨਹੀਂ ਹੋਰ ਪਾਸੇ ਕੋਈ ਜਾਂਦਾ ਹੁੰਦਾ ਸੀ, ਸਿਰਫ ਪਿਤਾ ਜੋਗੇ ਹੀ ਰਹਿ ਜਾਂਦੇ ਸੀ। तो लड़कियों को भी जाम दिया जाता था रात को जब गुफा में बुलाया जाता ਹਾਂਜੀ था? ਹਾਂਜੀ, ਉਦੋਂ ਵੀ ਜਾਮ, ਪਹਿਲਾਂ ਜਾਮ ਪਿਲਾਉਂਦਾ ਸੀ ਤੇ ਪਿਲਾ ਕੇ ਜਾਮ, ਫਿਰ ਲੜਕੀ ਨੂੰ ਪਤਾ ਨਹੀਂ ਰਹਿੰਦਾ ਹੁੰਦਾ ਸੀਗਾ। ਤੇ ਜਿੰਨੀ ਦੇਰ ਰੱਖਣੀ ਸੀ ਉਹ ਰੱਖ ਲੈਂਦਾ ਸੀ, ਫਿਰ ਉਹਨੂੰ ਭੇਜ ਦਿੰਦਾ ਸੀ ਬਾਹਰ। ਫਿਰ ਉਸ ਤੋਂ ਬਾਅਦ ਲੜਕੀ ਰੋਂਦੀ ਰਹਿੰਦੀ ਵੀ ਆਹ ਗੱਲ ਹੋ ਗਈ। ਮੈਂ ਲੜਕੀਆਂ ਬੜੀਆਂ ਖੁਸ਼ ਹੋ ਜਾਂਦੇ ਆ ਵੀ ਸਾਨੂੰ ਪਿਤਾ ਜੀ ਨੇ ਬੁਲਾਇਆ ਵੀ ਮਾਫ ਕਰਨ ਵਾਸਤੇ। ਉੱਥੋਂ ਤਾਂ ਖੁਸ਼ ਹੋ ਜਾਂਦੇ ਵੀ ਲੜਕੇ ਸਾਨੂੰ ਬੁਲਾਉਂਦੇ ਨੇ, ਪਿਤਾ ਜੀ ਨੇ ਸਾਨੂੰ ਬੁਲਾਇਆ, ਵੀ ਮੇਰੀ ਇੰਨੀ ਪਹੁੰਚ ਹੋ ਗਈ, ਮੈਨੂੰ ਪਿਤਾ ਜੀ ਨੇ ਬੁਲਾਇਆ। ਅਗਰ ਜਦੋਂ ਉੱਥੋਂ ਗਲਤ ਹੋ ਜਾਂਦਾ ਸੀ ਕੰਮ, ਫਿਰ ਉਹ ਰੋਂਦੀਆਂ ਆਉਂਦੀਆਂ ਸੀ। अच्छा, कितनी लड़कियां इस दौरान वहां से डेरे को छोड़कर गई? ਉਹ ਜਿਸ ਟਾਈਮ ਮੈਂ ਆਈ ਸੀ ਉਦੋਂ ਕੋਈ ਹੈਗੇ ਸੀ 30 ਲੜਕੀਆਂ, ਜਦੋਂ ਉਹ ਛੋੜ ਕੇ ਆਈ। अच्छा, और ये बताइए कि आपने कहा कि आपने तो अपने आप को बहाना करके बचा लिया, लेकिन और लड़कियां जो आती थी अंदर से गुफा से, जब सुबह के वक्त बाहर आती होंगी वहां से, तो वो क्या कहती थी? आकर कुछ बताती थी या चुप रहती थी? ਚੁੱਪ ਰਹਿੰਦੀ ਸੀ ਆ ਕੇ। ਇੱਕ ਲੜਕੀ ਨੇ ਤਾਂ ਮੈਨੂੰ ਬਤਾਇਆ ਸੀ, ਤਾਂ ਹੀ ਮੈਨੂੰ ਪਤਾ ਲੱਗਿਆ ਸੀਗਾ। ਤੇ ਉਹਨਾਂ ਨੂੰ ਵੀ ਚੁੱਪ ਰਹਿੰਦੀ, ਉਹ ਮਾਂ-ਬਾਪਾਂ ਨੂੰ ਵੀ ਨਹੀਂ ਕੁਝ ਦੱਸਦੀ ਹੁੰਦੀ ਸੀ, ਮਾਂ-ਬਾਪਾਂ ਕੋਲੇ ਰੋਣ ਲੱਗ ਜਾਂਦੀ, ਬਸ ਦੱਸਦੀ ਨਹੀਂ ਹੁੰਦੀ ਸੀ। ਜਦੋਂ ਚਿੱਠੀਆਂ ਦਾ ਇਹ ਚੱਲਿਆ ਉਦੋਂ ਫਿਰ ਸਾਹਮਣੇ ਦੱਸਦਾ। यानी ये अगर 2 साध्वियां चिट्ठी ना लिखती प्रधानमंत्री को, तो शायद ये बात सामने ही ना आती। ਨਾ ਆਉਂਦੇ, ਫਿਰ ਨਹੀਂ ਆਉਂਦੇ ਸੀ। ਫਿਰ ਉਹ ਬੈਠਾ ਸੀ ਆਪਦਾ ਕੰਮ ਕਰੀ ਜਾਂਦਾ ਸੀ। अच्छा, ये गुफा में बाहर जो हथियार वाले लोग खड़े रहते थे, इनको क्यों खड़ा किया जाता था? क्या वजह थी? ਇਹਨਾਂ ਨੂੰ ਦੇਖੋ ਜੀ, ਜਿਹੜੇ ਕੁਮਾਰੇ ਸੀ ਬੱਚੇ, ਉਹਨੇ 300 ਬੰਦਾ ਹੋਊਗਾ ਨਾ, ਉਹ ਘਰ ਜੋਗੇ ਛੱਡੇ ਨਾ, ਉਹ ਬਸ ਕਹਿੰਦਾ ਸੀ ਮੇਰੇ ਤੇ ਘਰੇ ਰਹਿਣਾ। ਉਹਨਾਂ ਦੇ ਬਿਲਕੁਲ ਬੱਚੇ ਨਾਲ ਸੰਬੰਧੀ ਕਰੀ ਹੋਈ ਸੀ ਉਹਨਾਂ ਦੀ। अच्छा, हथियार वाले लोग जो थे उनकी नसबंदी कर दी गई थी। ਹਾਂਜੀ, ਉਹਨਾਂ ਦੀ। और यही लोग गुफा के आसपास रहते थे? ਹਾਂਜੀ ਹਾਂਜੀ, ਫਿਰ ਜੇ ਵੀ ਕਿਸੇ ਲੜਕੀ ਨੂੰ ਨਾ ਛੇੜਨ, ਵੀ ਇਹ ਵਿਆਹ ਨਾ ਕਰਾ ਲੈਣ, ਬਸ ਏਦਾਂ। अच्छा, आपका पूरी दिनचर्या क्या रहती थी वहां पर? मतलब क्या काम करते थे आप वहां पे जो आश्रम में रहते थे? क्या किया करते थे? ਅਸੀਂ ਜੀ ਕਦੇ ਸਾਡੇ ਕਾਸੇ ਤੇ ਸੇਵਾ ਹੋ ਜਾਂਦੀ, ਕਦੇ ਕਾਸੇ ਤੇ ਅਸੀਂ ਕੰਮ ਲੱਗ ਜਾਂਦੇ, ਕਦੇ ਕੋਈ ਲੱਗ ਜਾਂਦੇ, ਕਦੇ ਗੁਫਾ ਦੇ ਲਵੇ ਲੱਗ ਜਾਂਦੇ। ਜਦੋਂ ਗੁਫਾ ਲਵੇ ਲੱਗਦੇ ਤਾਂ ਅਸੀਂ ਉੱਥੇ ਬਹੁਤ ਕੁਝ ਦੇਖਦੇ, ਫਿਰ ਸਾਡਾ ਦਿਲ ਘਬਰਾਉਂਦਾ ਸੀਗਾ। ਪਰ ਮਾਂ-ਬਾਪਾਂ ਦੱਸਦੇ ਸੀ, ਮਾਂ-ਬਾਪ ਮੰਨਦੇ नहीं ਸੀਗੇ। पढ़ाई लिखाई के नाम पे जो आपको वहां पे ले भेजा गया था आपके हाँ माता जी। पिता ने, पढ़ाई लिखाई होती थी वहां? ਪੜ੍ਹਾਈ ਲਿਖਾਈ ਤਾਂ ਹੋਤੀ ਸੀ, ਤਾਂ ਉਹ ਜੋ ਲੜਕੀ ਨੂੰ ਦੇਖ ਜਾਂਦਾ ਹੁੰਦਾ ਸੀ, ਉਹ ਲੜਕੀ ਨੂੰ ਬੁਲਾ ਲੈਂਦਾ ਸੀ ਰਾਤ ਨੂੰ। अच्छा, मतलब वो जब राउंड पे आते थे, हाँ जो जी। लड़की दिख गई पसंद आ गई, उसको बुला लेते? ਉਹਨੂੰ ਬੁਲਾ ਲੈਂਦਾ। और ये लेकर कौन जाते थे लोग जो अंदर? उसके लिए भी महिलाएं रखी हुई थी वहां? ਹਾਂਜੀ ਹਾਂਜੀ, ਉਹ ਵੀ ਰੱਖੇ ਹੋਏ ਸੀ ਉੱਥੇ ਵੀ।
ਬਸ वो कैसे ले ਉਹ जाती थी? ਕਹਿੰਦੇ ਸੀ ਵੀ ਤੁਹਾਨੂੰ ਪਿਤਾ ਜੀ ਨੇ ਮਾਫੀ ਵਾਸਤੇ ਬੁਲਾਇਆ ਉਹ ਐਂ ਕਹਿ ਦਿੰਦੇ ਆ। तो आप लोगों ने कभी पूछा नहीं जी माफी के जो नए जब आप लोग गए पूछा नहीं माफी क्या होती है? ਨਹੀਂ ਇਹ ਉੱਥੇ ਇੰਨੇ ਹੁਕਮ ਨਹੀਂ ਹੈਗਾ ਸੀ ਪੁੱਛਣ ਦਾ ਵੀ ਕਿਹੜੇ ਉਸੇ ਟਾਈਮ ਇਹ ਬੰਦੇ ਨੂੰ ਖਾ ਦਿੰਦਾ ਉਸੇ ਟਾਈਮ। तो ये माफी भगवान से दिलवाई जाती थी या गुरु जी ने क्या कुछ तो बताती होंगी वहां पे जो आपके? ਨਹੀਂ ਉਹ ਪਿਤਾ ਜੀ ਉਹ ਜਿਹੜੇ ਅਸੀਂ ਸਾਬ ਪਿਤਾ ਜੀ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਨਾਮ ਸ਼ਬਦ ਲਿਆ ਤਾਂ ਪਿਤਾ ਜੀ ਉਹ ਕਹਿਣਾ ਤੇ ਉਹ ਪਿਤਾ ਜੀ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਵੀ ਪਿਤਾ ਜੀ ਨੇ ਤੁਹਾਨੂੰ ਸਾਨੂੰ ਚਾਹ ਚੜ ਜਾਂਦਾ ਹੁੰਦਾ ਸੀ ਵੀ ਸਾਨੂੰ ਪਿਤਾ ਜੀ ਨੇ ਆਪਦੇ ਕੋਲ ਬੁਲਾਇਆ। ਹੁਣ ਕੋਈ ਵੀ ਚੀਜ਼ ਹੈ ਜਿਹੜਾ ਇੰਨਾ ਚੜਿਆ ਹੋਵੇ ਇੰਨੇ ਲੋਕਾਂ 'ਚ ਫਿਰ ਉਹ ਅੱਲਾ ਕਹਿੰਦੀ ਹੈ ਵੀ ਸਾਨੂੰ ਬੁਲਾਇਆ ਇਕੱਲਿਆਂ ਨੂੰ ਸਾਨੂੰ ਚਾਹ ਹੋ ਜਾਂਦਾ ਅਗਰ ਉਹ ਨਹੀਂ ਉੱਥੇ ਗਲਤ ਬਹੁਤ ਕੰਮ ਹੁੰਦਾ ਸੀ। तो आपने जब आपको पता लगा कि माफी का मतलब क्या है तो उससे पहले क्या आप भी जाना चाहती थी और माफी का मतलब पता लगने के बाद आप चुप बैठ गई? ਨਹੀਂ ਨਹੀਂ ਮੈਂ ਚਲੀ ਗਈ ਸੀ ਉੱਥੇ। ਉੱਥੇ ਫਿਰ ਮੈਨੂੰ ਪਤਾ ਲੱਗ ਗਿਆ ਮੈਨੂੰ ਇੱਕ ਲੜਕੀ ਨੇ ਪਹਿਲਾਂ ਬਤਾਤਾ ਸੀ ਵੀ ਤੁਮਨੇ ਵੀ ਕਿਸੇ को नहीं बनाना मैं तुम्हारे को बतानी है। फिर उन्होंने मैंने बताया तो फिर मैं आख्या भी नहीं भी ये हो नहीं सकता। जो फिर मैं गई तो मैनू भी फिर मैं पिता जी ने कहा भी पिता जी भी मैं भी इदा हो रहा मैंने सारे ने भी मैं नहीं जा सकती भी इत्थे आ नहीं ਤੁਹਾਡੇ ਕੋਲ ਰਹਿ ਨਹੀਂ ਸਕਦੀ। ਚਲੋ ਫਿਰ ਪਿਤਾ ਜੀ ਨੇ ਮੈਨੂੰ ਵੀ ਡਰਾਇਆ ਵੀ ਤੂੰ ਕਾਹਦੇ ਲਈ ਨੂੰ ਫਿਰ ਮੈਂ ਉੱਥੋਂ ਆ ਗਈ ਸੀਗੀ। अच्छा तो ये गुफा के अंदर भी सिक्योरिटी वाले रहते थे या सिर्फ बाहर ही रहते थे? ਬਾਹਰ ਹੀ ਰਹਿੰਦੇ ਸੀ ਜਿਹੜੇ ਇਹਨੂੰ ਬੁਲਾਉਂਦੇ ਨੇ ਅੰਦਰ ਬੁਲਾਉਂਦੇ ਵੀ ਨੇ ਵੀ ਕੋਈ ਚੀਜ਼ ਵਗੈਰਾ ਹੋਰ ਜਾਂਦੇ ਨੇ ਕੋਈ ਗੱਲ ਪੁੱਛਣੀ ਸੀ ਉਹ ਵੀ ਜਾਂਦੇ ਸੀ। ਵੈਸੇ ਕਿਸੇ ਦੀ ਤਾਕਤ ਨਹੀਂ ਸੀ ਵੀ ਉਹਦੇ ਸਾਹਮਣੇ ਬੋਲ ਪਏ ਪਿਤਾ ਦੇ ਸਾਹਮਣੇ ਨਾ। अच्छा ये दो जो साध्वियां थी जिनकी शिकायत पे सारी कार्रवाई हुई और अब गुरमीत राम रहीम जेल में है इनकी कुछ आप बीती आपको वहां पे पता थी आपने देखा था कुछ इस बारे में जानकारी थी इनसे कभी मिले आप? किन्ना ने जी जिनकी शिकायत पर अच्छा, जिनकी चिट्ठियों पर कहा जा रहा है कि गुरमीत राम रहीम अब जेल में इनसे कोई मुलाकात कोई बातचीत हुई आपकी? नहीं जी उन्होंने नहीं हुई उन्होंने उनसे जुड़े जो और लोग थे उन्होंने कुछ बताया उनके साथ क्या हुआ था? वो नहीं ਅਸੀਂ ਜੀ ਡਰ ਕੇ ਹੀ ਉੱਥੇ ਰਹਿੰਦੇ ਹੁੰਦੇ ਸੀ ਡਰ ਕੇ ਉਦੋਂ ਫालतू ਕਿਸੇ ਨਾਲ ਗੱਲ ਨਹੀਂ ਕਰਦੇ ਹੁੰਦੇ ਸੀ ਫालतू। अच्छा साध्वी आपस में बातचीत ना करें इसको लेकर भी वहां पे लोग रहते थे नजर रखते थे आप पर? हाँ जी सारे रखते थे एक दूसरे नजर रखते। कैसे आश्रम के अंदर ही? हाँ जी भी किसी कोई बात ना बाहर बता देना वजह बात ना करने करना ही किन्ने जी जो डराई दिते बात किन्ने करनी मौत तो सारे ही डरते ने। अच्छा आपने अभी थोड़ी देर पहले कहा कि जो लड़कियों के साथ गलत काम होता था साध्वियों के साथ उनको उनके भाई माँ बाप इनको मारने की धमकियां भी दी जाती थी? हाँ जी लड़की ਨੂੰ ਦੇ ਜਾਂਦੇ ਸੀ लड़के ਨੂੰ ਵੀ ਜੇ ਤੂੰ ਬਾਹਰ ਜਾ ਕੇ ਦੱਸਿਆ ਵੀ ਤੁਹਾਡੇ ਘਰਦਿਆਂ ਨੂੰ ਖਤਮ ਕਰਨਾ। अच्छा एक सवाल ये भी उठ रहा है कि आप इतने दिन चुप क्यों रही? आप अब आकर ये बातें बता रही हैं इससे पहले आपने अपना मुंह क्यों नहीं खोला? इतने साल से आप इतने राज दबाए बैठी थी तो आप पहले भी आ सकती थी पुलिस को बता सकती थी सीबीआई केस की जांच कर रही थी आप चुप क्यों रही? ਕਦੇ ਉਹ ਅਸੀਂ ਤਾਂ ਚੁੱਪ ਰਹੇ ਵੀ ਇਹ ਸਾਡੇ ਵੀ ਕਿਸੇ ਨੂੰ ਮਾਰ ਨਾ ਦੇਵੇ ਜਾਂ ਉਹਨਾਂ ਨੇ ਅਸੀਂ ਆਪਦੇ ਅੰਦਰੋਂ ਅੰਦਰ ਆਪਦੇ ਲਈ ਬੈਠੇ ਰਹੇ ਵੀ ਆਏ ਪਰਿਵਾਰ ਆਪਦਾ ਸੁਖੀ ਠੀਕ ਹੁੰਦਾ ਜੀ ਅਸੀਂ ਤਾਂ ਕਰਕੇ ਜਦੋਂ ਉਹ ਲੜਕੀਆਂ ਨੇ ਚੱਕਰ ਫਿਰ ਅਸੀਂ ਮੰਗਰ ਗਏ ਤਾਂ। अच्छा जब 2002 में ये चिट्ठियां सामने आई तब आपके माँ बाप ने आपकी बात मान ली थी? हाँ जी फिर मनी है जी। अब अभी भी वो डेरे की तरफ उनका कोई है जुगाव? नहीं साडा किसी नाल नहीं होना हैगा बस हुण असीं अपने घरे आराम नाल। अच्छा अब आप क्या चाहती हैं आगे? आप आज खुलकर सामने हमसे बात कर रही हैं इतने दिन से आप खामोश थी अब ये बातें आप कह रही हैं अब क्या चाहती हैं किस वजह से आप ये बात सबके सामने रख रही हैं? ਇਹ ਤੁਸੀਂ ਆਪ ਦੇਖੋ ਵੀ ਹਾਂ ਵੀ ਕੀ ਉਹਨੇ ਹਰਕਤਾਂ ਕਰੀਆਂ ਨੇ ਉਹ ਹਰਕਤਾਂ ਤੋਂ ਉਹ ਕਿੱਥੇ ਤੱਕ ਪਹੁੰਚ ਸਕਦਾ ਹੈ ਵੱਧ ਤੋਂ ਵੱਧ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਵੱਧ ਤੋਂ ਵੱਧ। और लड़कियां इस तरह से सीख लें आपका एग्जाम्पल आप कहना चाहेंगे उनको कुछ कि जो बाबाओं के चक्कर में परिवार पड़ जाते हैं आश्रमों में लड़कियों को छोड़ाते हैं उनके लिए कोई नसीहत देंगे? नहीं ਹੁਣ ਅਸੀਂ ਆਪਣੇ ਘਰ ਆ ਗਏ ਹੁਣ ਅਸੀਂ ਕਿਸੇ ਲੜਕੇ ਨੂੰ ਮਿਲ ਨਹੀਂ ਰਹੇ ਹੈਗੇ ਕਿਸੇ ਨੇ ਨਹੀਂ ਕਰਦਾ। आप ये बताइए कि आपने कहा कि बहुत लड़कियों के साथ वहां पर गलत काम हुआ और जैसे आप बची वैसे कई लड़कियां भी वहां पर बचकर निकलने में कामयाब हो गई लेकिन ये लड़कियां कहाँ हैं और ये सामने क्यों नहीं आ रही? ਇਹ ਸਾਹਮਣੇ ਜੀ ਵਿਆਹੀਆਂ ਗਈਆਂ ਜੀ ਸ਼ਾਦੀ ਹੋ ਗਈ ਉਹਨਾਂ ਦੀ ਅਗਰ ਜੇ ਸ਼ਾਦੀ ਹੋ ਗਈ ਤੇ ਸਹੁਰਿਆਂ ਦੇ ਘਰ ਪਤਾ ਲੱਗਿਆ ਤਾਂ ਉਹਨਾਂ ਦੀ
ਤੁਹਾਨੂੰ ਪਤਾ ਹੀ ਹੈ ਵੀ ਲੜਾਈ ਚੜਾਈ ਹੋਊਗੀ, ਆਪਦੇ ਆਪਦੇ ਘਰਾਂ 'ਚ ਵਗ ਗਿਆ, ਆਪਦਾ ਹੁਣ ਰਸਦੇ ਨੇ ਬਸਦੇ ਨੇ। ਅਗਲੇ ਕਹਿੰਦੇ ਵੀ ਅਸੀਂ ਕਿਉਂ ਆਪਦੇ ਘਰੇ ਕਲੇਸ਼ ਪਾਈਏ ਕਿ ਉਹ ਹੋਈਏ, ਉਹ ਇਸ ਕਰਕੇ ਲੜਕੇ ਚਲੇ ਗਏ। आप अब सामने आई हैं, आपको क्या लगता है आपके ये बातें बताने से क्या फायदा मिलेगा अब, क्योंकि इतने साल तो आप चुप रही, अब क्या फायदा मिलेगा? ਫਾਇਦਾ ਤਾਂ ਕੀ ਹੈ ਜੀ, ਅਸੀਂ ਤਾਂ ਇਹ ਕਹਿੰਦੇ ਆ ਵੀ ਹਰ ਕਦੇ ਮਾਂ ਬਾਪਾਂ ਨੂੰ ਕਹਿੰਦੇ ਆ, ਭੈਣ ਭਾਈਆਂ ਨੂੰ ਕਹਿੰਦੇ ਆ ਵੀ ਆਪਦੇ ਘਰੇ ਬਹਿ ਕੇ ਬਸ ਪਾਠ ਪੂਜਾ ਕਰੋ, ਆ ਡੇਰਿਆਂ 'ਚ ਲੜਕਿਆਂ ਨੂੰ ਨਾ ਭੇਜੋ, ਆਪਦੇ ਹੱਥਾਂ ਥੱਲੇ ਆਪਦੀ ਨਿਗਾਹ ਥੱਲੇ ਬੱਚਿਆਂ ਨੂੰ ਰੱਖੋ, ਆਪਦੇ ਲੜਕਿਆਂ ਨੂੰ ਹਰ ਕੇ ਹੱਥ ਬੰਨ੍ਹ ਕੇ ਬੇਨਤੀ ਆਹੀ ਹੈ ਮਾਂ ਬਾਪ ਆਪਦੇ ਕੋਲੇ ਰੱਖਣ। तो ये डेरा सच्चा सौदा का सच है जो कि पंजाब की एक साध्वी ने अभी न्यूज 18 इंडिया पर बताया है, और वो लोगों से दरख्वास्त भी कर रही हैं कि अगर आप धार्मिक काम करना चाहते हैं, धर्म से जुड़ना चाहते हैं, तो अपने घर बैठकर पूजा पाठ करें, अपनी बेटियों को, अपनी बच्चियों को किसी बाबा, किसी गुरु के इशारे पर उसके आश्रम में ना छोड़ें, क्योंकि ये कोई गारंटी नहीं है कि उस आश्रम में गलत काम आपकी बेटियों के साथ नहीं होगा। साथ ही ये भी खुलासा इन्होंने किया है कि किस तरह से ये भी बाल बाल बची, नहीं तो ये भी गुरमीत राम रहीम की हवस का शिकार बन सकती थी, और इन जैसी न जाने कितनी लड़कियां हैं, कितनी साध्वियां हैं जो कि 2000 का जो वक्त था, 2000 से लेकर 2002 का, उस दौरान गुरमीत राम रहीम की हवस का शिकार हुई हैं। लेकिन ये लड़कियां ज्यादातर चुप बैठी हैं, इनमें से ज्यादातर की शादी हो चुकी है। शायद यही वजह थी कि सीबीआई को भी काफी मशक्कत करनी पड़ी अपनी चार्जशीट को पुख्ता करने में, क्योंकि सामने आकर ये साध्वियां नहीं बोलना चाहती, लेकिन ये बस उम्मीद कर रही हैं, जो साध्वियां हिम्मत करके सामने आ रही हैं, कि आगे से भविष्य में इस तरह से कोई भी गुरमीत राम रहीम जैसा बाबा, गुरु मासूम लड़कियों को अपनी हवस का शिकार ना बना सके। ये एक नसीहत लोगों को मिले, लोग अपनी बेटियों को अपने घर पर रखें, ना कि डेरों पर किसी गुरु या बाबा के भरोसे छोड़ दें। न्यूज 18 इंडिया के लिए मोहित मल्होत्रा।